ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਨਵਾਂ ਵਿਸ਼ਾ ਸ਼ੁਰੂ ਕਰਦੇ ਹਾਂ, ਧਰਮ ਕਰਮ। ਸਰੋਤਿਓ, ਕਈ ਦਫਾ ਅਸੀਂ ਆਪਣੀ ਮਰਜ਼ੀ ਨਾਲ, ਆਪਣੀ ਮਨ ਦੀ ਸ਼ਰਧਾ ਨਾਲ, ਆਪਣੀ ਮਨ ਦੀ ਮਰਜ਼ੀ ਨਾਲ ਕੁਝ ਕਰਮ ਕਰਦੇ ਹਾਂ। ਉਹ ਧਰਮ ਦੇ ਕਰਮ ਸਮਝ ਕੇ ਅਸੀਂ ਕਰਦੇ ਰਹਿੰਦੇ ਹਾਂ। ਉਹਦੇ ਵਿੱਚ ਕਿਸੇ ਸੱਚੇ ਸਤਿਗੁਰ ਦੀ ਅਸੀਂ ਰਹਿਬਰੀ ਨਹੀਂ ਲੈਂਦੇ ਬਈ ਇਹ ਕਰਮ ਜਿਹੜਾ ਦੇਖਣ ਵਿੱਚ ਧਰਮ ਦਾ ਕਰਮ ਦਿਸਦਾ ਹੈ, ਪਰ ਇਹ ਸੱਚਮੁੱਚ ਇਨਸਾਨ ਦਾ ਧਰਮ ਬਣਦਾ ਕਿ ਨਹੀਂ ਬਣਦਾ, ਇਹ ਅਸੀਂ ਗੁਰੂ ਤੋਂ ਨਹੀਂ ਪੁੱਛਦੇ, ਮਨ ਮਰਜ਼ੀ ਨਾਲ ਕਰਦੇ ਹਾਂ। ਤੋ ਐਸੇ ਬਹੁਤ ਸਾਰੇ ਕਰਮ ਜਿਹੜੇ ਧਰਮ ਸਮਝ ਕੇ ਕੀਤੇ ਜਾਂਦੇ ਨੇ, ਇਨਸਾਨ ਕਰੀ ਜਾਂਦਾ ਹੈ, ਪਰ ਉਹ ਨੀਰੇ ਕਰਮ ਕਾਂਡ ਹੀ ਬਣ ਜਾਂਦੇ ਨੇ। ਉਹਨਾਂ ਦਾ ਸੱਚੇ ਧਰਮ ਨਾਲ ਕੋਈ ਵਾਸਤਾ ਨਹੀਂ ਹੁੰਦਾ, ਨਾ ਹੀ ਉਹਦੇ ਨਾਲ ਕੋਈ ਆਤਮਿਕ ਜੀਵਨ ਦੀ ਉਸਾਰੀ ਹੁੰਦੀ ਹੈ, ਨਾ ਆਤਮਿਕ ਜੀਵਨ ਉੱਚਾ ਹੁੰਦਾ, ਨਾ ਹੀ ਕੋਈ ਸਮਾਜ ਦਾ ਉਹਦੇ ਵਿੱਚ ਭਲਾ ਹੁੰਦਾ। ਧਰਮ ਦੇ ਕਰਮ ਤੇ ਉਹ ਨੇ ਸੱਚੇ ਜਿਨ੍ਹਾਂ ਦੇ ਰਾਹੀਂ ਆਪਣਾ ਵੀ ਉਧਾਰ ਹੋਵੇ, ਸੰਸਾਰ ਦਾ ਵੀ ਉਧਾਰ ਹੋਵੇ। ਧਰਮ ਸੰਸਾਰ ਨੂੰ ਜੋੜਦਾ, ਤੋੜਦਾ ਨਹੀਂ। ਸੰਸਾਰ ਨੂੰ ਚੰਗੇ ਮਾਰਗ 'ਤੇ ਪਾਉਂਦਾ, ਉਲਟੇ ਮਾਰਗ 'ਤੇ ਨਹੀਂ ਪਾਉਂਦਾ। ਧਰਮ ਲੜਾਈਆਂ ਝਗੜੇ ਨਹੀਂ ਪਾਉਂਦਾ, ਇਤਫਾਕ ਪਿਆਰ ਪੈਦਾ ਕਰਦਾ। ਤੋ ਜਿਨ੍ਹਾਂ ਕਰਮਾਂ ਵਿੱਚ ਅਸੀਂ ਇਹ ਚੀਜ਼ਾਂ ਨਹੀਂ ਦੇਖਦੇ, ਜਿਨ੍ਹਾਂ ਕਰਮਾਂ ਦੇ ਕਾਰਨ ਇੱਕ ਦੂਜੇ ਨਾਲ ਨਫ਼ਰਤ, ਵੈਰ ਵਿਰੋਧ, ਈਰਖਾ, ਦਵੈਖ, ਸਾੜਾ, ਇਹ ਚੀਜ਼ਾਂ ਪੈਦਾ ਹੁੰਦੀਆਂ ਨੇ। ਜਿਹੜੇ ਕਰਮ ਨਿਸਫਲ ਨੇ, ਉਹ ਦੇਖਣ 'ਚ ਭਾਵੇਂ ਧਰਮ ਦੇ ਕਰਮ ਹੀ ਹੋਣ, ਪਰ ਉਹ ਧਰਮ ਦੇ ਕਰਮ ਨਹੀਂ ਬਣਦੇ। ਇਹੋ ਜਿਹੀ ਵਿਚਾਰ ਗੁਰੂ ਪਾਤਸ਼ਾਹ ਜੀ ਨੇ, ਗੁਰੂ ਪੰਚਮ ਪਾਤਸ਼ਾਹ ਜੀ ਨੇ ਇੱਕ ਸ਼ਬਦ ਦੇ ਵਿੱਚ ਦ੍ਰਿੜ ਕਰਵਾਈ ਹੈ ਕਿ ਮੈਂ ਐਸੇ ਕਰਮ ਬਹੁਤ ਕਰਕੇ ਗੁਰੂ ਜੀ ਟੁਕਾਉਂਦੇ ਆਪਣੇ ਦੇ ਨੇ ਕਿ ਪਿਆਰੇ ਇਨ ਵਿਧ ਮਿਲਣ ਨਾ ਹੋਈ। ਇਹ ਮੇਰੇ ਪਿਆਰੇ ਸਾਥੀਓ ਜੀਵੋ, ਇਹਨਾਂ ਤਰੀਕਿਆਂ ਨਾਲ ਮਿਲਾਪ, ਇਨ ਵਿਧ, ਇਸ ਵਿਧੀ ਨਾਲ, ਇਹਨਾਂ ਤਰੀਕਿਆਂ ਨਾਲ ਮਿਲਣ ਨਾ ਹੋਈ। ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ। ਮੈਂ ਕੀਏ ਕਰਮ ਅਨੇਕਾਂ, ਐਸੇ ਕਰਮ ਮੈਂ ਅਨੇਕਾਂ ਕਰ ਕਰਕੇ, ਐਸੇ ਕਰਮ ਅਨੇਕਾਂ ਕਰ ਕਰਕੇ ਮੈਂ ਥੱਕ ਹਾਰ ਗਿਆ, ਪਰ ਇਹਨਾਂ ਕਰਮਾਂ ਨਾਲ ਮੇਲ ਨਹੀਂ ਹੁੰਦਾ। ਹਾਰ ਪਰੇ ਸੁਆਮੀ ਕੈ ਦੁਆਰ ਹੈ। ਹੁਣ ਹਾਰ ਹੁੱਟ ਕੇ ਸੁਆਮੀ ਦੇ ਦਰ 'ਤੇ ਆ ਪਿਆ ਹਾਂ ਕਿ ਦੀਜੈ ਬੁੱਧ ਵਿਵੇਕਾ, ਮੈਨੂੰ ਵਿਵੇਕ ਬੁੱਧੀ ਬਖਸ਼, ਐਸੀ ਸੁਚੱਜੀ ਨਿਰਣਾ ਕਰਨ ਵਾਲੀ ਬੁੱਧੀ ਜਿਹੜੀ ਪਛਾਣ ਕਰ ਸਕੇ ਕਿਹੜੇ ਕਰਮ ਨਿਸਫਲ ਨੇ ਅਤੇ ਕਿਹੜੇ ਫਲ ਨੇ ਜਿਨ੍ਹਾਂ ਦਾ ਕੋਈ ਫਲ ਆਦੇਸ਼ ਹੈ, ਜਿਨ੍ਹਾਂ ਦਾ ਕੀਤਾ ਧਰਮ ਬਣਦਾ ਹੈ। ਇਹ ਮੈਨੂੰ ਬੁੱਧੀ ਬਖਸ਼। ਗੁਰੂ ਜੀ ਟੁਕਾਉਂਦੇ ਆਪਣੇ ਆਪ 'ਤੇ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਪਾਤਸ਼ਾਹ ਆਪ ਕੋਈ ਐਸੇ ਕਰਮ ਕਰਦੇ ਸਨ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਸ਼ਬਦ ਹੈ। ਪੜ੍ਹਨਾ 641 'ਤੇ ਸ਼ੁਰੂ ਇੱਥੋਂ ਹੁੰਦਾ ਹੈ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ, ਪੰਜ ਜਨਾ ਸਿਉ ਸੰਗ ਨਾ ਛੁੱਟ ਗਿਓ, ਅਧਿਕ ਓਹੰਗ ਬੁੱਧ ਬਾਂਧੇ। ਤੇ ਗੁਰੂ ਸਾਹਿਬ ਟੁਕਾਉਂਦੇ ਆਪਣੇ ਦਿਨ, ਪਰ ਗੁਰੂ ਅਰਜਨ ਦੇਵ ਜੀ ਬਚਪਨ ਤੋਂ ਲੈ ਕੇ ਆਪਣੇ ਗੁਰੂ ਪਿਤਾ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਗੁਰਮਤ ਦੇ ਧਾਰਨੀ ਹੋ ਚੁੱਕੇ ਸਨ। ਤਾਂ ਹੀ ਤੋਂ ਆਪਣੀ ਜਵਾਨ ਉਮਰ ਦੇ ਵਿੱਚ ਹੀ ਉਹ ਇਤਨੀ ਬੜੀ ਸ਼ਹੀਦੀ ਦੇ ਕੇ ਸਮਾਜ ਦੇ ਵਿੱਚ ਇੱਕ ਅੱਛਾ ਮਾਰਗਦਰਸ਼ਨ ਕਰ ਗਈ ਕਿ ਧਰਮ ਕਿਤਨੀ ਉੱਚੀ ਸੁੱਚੀ ਚੀਜ਼ ਹੈ, ਕਿ ਧਰਮ ਦੇ ਸਾਹਮਣੇ ਇਹ ਜਿੰਦ ਜਾਨ ਵੀ ਕੁਛ ਮਾਇਨਾ ਨਹੀਂ ਰੱਖਦੀ। ਜਿੰਦ ਜਾਨ ਵੀ ਕੁਰਬਾਨ ਹੋ ਜਾਏ, ਧਰਮ ਰਹਿ ਜਾਏ, ਇਹ ਬੜੀ ਵੱਡੀ ਗੱਲ ਹੈ। ਤੋ ਇਹ ਆਪਣੇ ਆਪ ਤੇ ਟੁਕਾਉਣ ਦਾ ਮਤਲਬ ਇਹ ਹੁੰਦਾ ਕਿ ਜੋ ਕਰਮ ਗੁਰੂ ਜੀ ਸੰਸਾਰ ਵਿੱਚ ਦੇਖਦੇ ਸਨ, ਸੰਸਾਰੀ ਜੀਵ ਕੁਝ ਐਸੇ ਕਰਮ ਕਰਦੇ ਨੇ ਜਿਹੜੇ ਕਰਮ ਧਰਮ ਨਹੀਂ ਬਣਦੇ, ਕੇਵਲ ਕਰਮ ਕਾਂਡ ਹੀ ਬਣਦੇ ਨੇ, ਪਖੰਡ ਹੀ ਬਣ ਕੇ ਰਹਿ ਜਾਂਦੇ ਨੇ। ਉਹਨਾਂ ਕਰਮਾਂ ਦਾ ਹੀ ਜ਼ਿਕਰ ਗੁਰੂ ਸਾਹਿਬ ਨੇ ਇਸ ਸ਼ਬਦ ਦੀ ਬਾਕੀ ਪੰਕਤੀ ਵਿੱਚ ਕੀਤਾ ਹੈ। ਇਹ ਜਿਹੜੀ ਪੰਕਤੀ ਅਸਾਂ ਪਹਿਲਾਂ ਵਿਚਾਰੀ ਹੈ, ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰੇ ਸੁਆਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ। ਇਹ ਰਾਹੁ ਦੀ ਪੰਕਤੀ ਹੈ। ਮੁੱਖ ਭਾਵ ਹੈ ਕਿ ਕੁਝ ਐਸੇ ਕਰਮ ਅਸੀਂ ਕਰਦੇ ਹਾਂ ਜਿਨ੍ਹਾਂ ਦੇ ਕੀਤਿਆਂ ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ। ਲਫ਼ਜ਼ ਜਿਹੜਾ ਹੈ ਮੈਂ ਕੀਏ ਕਰਮ ਅਨੇਕਾ, ਇਸ ਨੂੰ ਅਨੇਕਾਂ ਪੜ੍ਹਨ ਦੀ ਲੋੜ ਨਹੀਂ ਹੈ। ਅਨੇਕਾਂ ਕੱਕੇ ਅੱਗੇ ਕੰਨੇ 'ਤੇ ਬਿੰਦੀ ਲਾਉਣ ਦੀ ਲੋੜ ਨਹੀਂ, ਕਿਉਂਕਿ ਲਫ਼ਜ਼ ਅਨੇਕ ਜਿਹੜਾ ਹੈ ਉਹ ਪਹਿਲਾਂ ਹੀ ਬਹੁਵਚਨ ਲਫ਼ਜ਼ ਹੈ। ਇਹਨੂੰ ਕੰਨੇ 'ਤੇ ਬਿੰਦੀ ਲਗਾ ਕੇ ਬਹੁਵਚਨ ਬਣਾਉਣ ਦੀ ਜ਼ਰੂਰਤ ਨਹੀਂ ਹੈ। ਇਹ ਵਿਵੇਕਾ ਦੇ ਆਪੋਜ਼ਿਟ ਇਹ ਸ਼ਬਦ ਅਨੇਕਾ ਕਾਵ ਤੌਰ ਪੂਰਾ ਕਰਨ ਵਾਸਤੇ ਅਨੇਕਾ ਲਿਖਿਆ ਗਿਆ ਹੈ। ਵੈਸੇ ਅਰਥ ਇਸ ਦਾ ਅਨੇਕ ਹੀ ਹੈ, ਬਹੁਤ ਸਾਰੇ ਕਰਮ। ਉਹ ਬਹੁਤ ਸਾਰੇ ਕਰਮ ਕਿਹੜੇ ਨੇ ਜਿਹੜੇ ਨਿਸਫਲ ਨੇ, ਜਿਨ੍ਹਾਂ ਦੇ ਕੀਤਿਆਂ ਕੋਈ ਲਾਭ ਨਹੀਂ, ਇਨਸਾਨ ਆਮ ਕਰਦਾ ਹੈ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਵੇਦਾਂ ਦੀਆਂ ਵਿਚਾਰਾਂ ਕੀਤੀਆਂ, ਧਾਰਮਿਕ ਪੁਸਤਕਾਂ ਦੀਆਂ ਵਿਚਾਰਾਂ ਕੀਤੀਆਂ, ਪਾਠ ਪੜ੍ਹੇ।
ਨਿਵਲ ਭੁਯੰਗਮ ਸਾਧੇ। ਨਿਵਲੀ ਕਰਮ ਜੋਗੀ ਜਿਹੜੇ ਕਰਦੇ ਸਨ ਨਿਵਲੀ ਕਰਮ, ਉਹ ਕਿਤੇ ਭੁਯੰਗਮ ਉਹ ਸਾਧੇ। ਪੰਜ ਜਨਾਂ ਸੀ ਸੰਗ ਨਾ ਛੁੱਟ ਕੇ ਉਹ ਅਧਿਕ ਅਹੰਗ ਬੁੱਧ ਬਾਂਧੇ। ਫਿਰ ਵੀ ਇਹ ਕਰਮ ਕੀਤੇ, ਮੇਰਾ ਪੰਜਾਂ ਕੋਲੋਂ ਜਾਨ ਨਹੀਂ ਛੁੱਟੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਜ਼ਬੇ ਜਿਹੜੇ ਮੇਰੇ ਵੱਸ ਵਿੱਚ ਨਹੀਂ, ਇਹ ਮੇਰੇ ਵੱਸ ਵਿੱਚ ਨਹੀਂ ਆਏ, ਇਹਨਾਂ ਕੋਲੋਂ ਮੇਰੀ ਜਾਨ ਨਹੀਂ ਛੁੱਟੀ। ਉਲਟਾ ਸੰਗੂ ਮੈਂ ਹੋਰ ਹੰਕਾਰ ਦੀ ਬੁੱਧੀ ਵਿੱਚ ਵੱਜ ਗਿਆ ਕਿ ਮੈਂ ਜੀ ਇਤਨੇ ਪਾਠ ਕੀਤੇ, ਮੈਂ ਜੀ ਇਤਨੇ ਨਿਉਲੀ ਕਰਮ ਕੀਤੇ, ਮੈਂ ਜੀ ਇਹ ਸਾਧਨਾ ਕੀਤੀਆਂ। ਤੂੰ ਇੱਥੇ ਸਾਡੇ ਧਰਮ ਦੇ ਵਿੱਚ ਵੀ ਪਾਠਾਂ ਦੀ ਲੜੀਆਂ ਚੱਲ ਰਹੀਆਂ ਨੇ ਕਈ ਜਗ੍ਹਾ 'ਤੇ। ਇੱਥੇ ਤੱਕ ਹੈ ਕਿ ਇੱਕ ਬਿਲਡਿੰਗ ਦੇ ਵਿੱਚ, ਇਮਾਰਤ ਦੇ ਵਿੱਚ 100 ਬੀੜਾਂ ਪ੍ਰਕਾਸ਼ ਕਰਕੇ ਪਿੱਛੇ ਭਾਈ ਬੈਠੇ ਨੇ, ਇੱਕ ਉੱਚੀਆਂ ਬੋਲੀ ਜਾ ਰਿਹਾ, ਬਾਕੀ ਖਾਲੀ ਨਜ਼ਰ ਘੁਮਾ ਰਹੇ ਨੇ। ਇਹ ਪਾਠਾਂ ਦੀ ਲੜੀਆਂ ਵੀ ਇਤਨੇ 100 ਪਾਠ ਹੋ ਗਏ। ਇਸ ਕਿਸਮ ਦੇ ਪਾਠ, ਜਾਂ ਕੋਈ ਬੰਦਾ ਘਰ ਵਿੱਚ ਹੀ ਆਪਣਾ ਪਾਠ ਕਰਦਾ ਹੈ, ਲੇਕਿਨ ਉਸਨੇ ਕਦੇ ਜ਼ਿੰਦਗੀ 'ਚ ਪਾਠ ਵਿੱਚ ਕੀ ਲਿਖਿਆ ਹੈ ਉਹ ਵਿਚਾਰਿਆ ਨਹੀਂ, ਉਹਦੇ ਅਰਥ ਨਹੀਂ ਸਮਝੇ। ਇਹ ਨਹੀਂ ਦੇਖਿਆ ਕਿ ਇਹ ਵਿੱਚ ਜੋ ਗੁਰ ਲਿਖੇ ਨੇ, ਵਿੱਚ ਜੋ ਗਿਆਨ ਲਿਖਿਆ ਹੈ, ਇਹ ਮੇਰੇ ਜੀਵਨ ਦੀ ਕਮਾਈ ਲਈ ਲਿਖਿਆ ਵੀ, ਇਸ ਅਨੁਸਾਰ ਮੈਂ ਜੀਵਨ ਕਮਾਉਣਾ, ਇਸ ਪਾਸੇ ਨਹੀਂ ਕਦੇ ਸੋਚਿਆ। ਬਸ ਕੇਵਲ ਇਹਨਾਂ ਕੇ ਪਾਠ ਕਰਨ ਦਾ ਲਾਭ ਹੈ ਜੀ, ਪਾਠ ਕਰਨ ਦਾ ਫਲ, ਪਾਠ ਕਰੀ ਜਾ ਰਿਹਾ। ਗੁਰੂ ਜੀ ਐਸੇ ਪਾਠਾਂ ਬਾਰੇ ਇਹਦੀ ਜ਼ਿਕਰ ਕਰਦੇ ਨੇ। ਇਸੇ ਵਾਸਤੇ ਗੁਰੂ ਜੀ ਨੇ ਆਸਾ ਦੀ ਵਾਰ ਦੇ ਇੱਕ ਸ਼ਲੋਕ ਵਿੱਚ ਕਿਹਾ, ਪੜ ਪੜ ਗੱਡੀ ਲਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਨਾਨਕ ਲਿਖਿਆ ਇੱਕ ਗੱਲ ਹੋਰ ਹਉਮੈ ਚਖਣਾ ਚਾਖ। ਹੋਰ ਸਾਰੀ ਹਉਮੈ ਦੀ ਚਾਹਾਂ ਨੇ ਛੜੀਆਂ, ਇੱਕੋ ਹੀ ਗੱਲ ਕੰਮ ਦੀ ਹੈ। ਉਹ ਕਿਹੜੀ? ਕਿ ਜੋ ਕੁਝ ਪੜ੍ਹਿਆ ਉਹ ਵਿਚਾਰਿਆ, ਸਮਝਿਆ, ਉਹਦੇ ਅਨੁਸਾਰ ਜੀਵਨ ਜੀਆ। ਜੇ ਕੁਝ ਧਾਰਮਿਕ ਗ੍ਰੰਥ ਪੋਥੀਆਂ ਪੜ੍ਹੇ, ਲੇਕਿਨ ਉਹਨਾਂ ਵਿੱਚ ਵਿਚਾਰ ਕੀ ਸੀ, ਗਿਆਨ ਕੀ ਸੀ, ਉਹ ਗਿਆਨ ਨਹੀਂ ਲਿਆ। ਉਸ ਗਿਆਨ ਨੂੰ ਜੀਵਨ ਵਿੱਚ ਢਾਲਿਆ ਨਹੀਂ, ਅਪਣਾਇਆ ਨਹੀਂ, ਉਹਦੇ ਅਨੁਸਾਰ ਆਪਣੇ ਕਰਮ ਨਹੀਂ ਬਦਲੇ। ਤਾਂ ਐਸਾ ਪਾਠ ਜਿਹੜਾ ਉਹਦੇ ਵਾਸਤੇ ਜ਼ਿਕਰ ਹੈ ਕਿ ਐਸੇ ਪਾਠ ਪੜ੍ਹਨੇ, ਐਸੇ ਵੇਦਾਂ ਦੀ ਵਿਚਾਰਾਂ ਕਰਨੀਆਂ, ਧਾਰਮਿਕ ਪੁਸਤਾਂ ਦੀਆਂ ਵਿਚਾਰਾਂ ਕਰਨੀਆਂ, ਸੁਣਾਉਣੀਆਂ, ਇਹ ਪੰਜਾਂ ਵਿਕਾਰਾਂ ਤੋਂ ਮੁਕਤ ਨਹੀਂ ਕਰ ਸਕਦੀਆਂ। ਇਹ ਕਰਮ ਵੀ ਕਰਮਕਾਂਡ ਹੀ ਬਣ ਜਾਂਦਾ। ਐਸੇ ਪਾਠ ਕਿਤੇ ਵੀ ਕਰਮਕਾਂਡ ਹੀ ਹਨ। ਇੱਕ ਹੋਰ ਕਿਸੇ ਨੂੰ ਕਰਮ ਸੂਝਿਆ ਬਈ ਮਨ ਚੁੱਪ ਕਰਕੇ ਨਹੀਂ ਬਹਿੰਦਾ, ਮਨ ਟਿਕਾਊ ਕਰਕੇ ਨਹੀਂ ਬਹਿੰਦਾ, ਜਿਵੇਂ ਜਪਸਾ ਜ਼ਿਕਰ ਚੁੱਪੈ ਚੁੱਪ ਨ ਹੋਵੇ ਜੇ ਲਾਇ ਰਹਨ ਲਿਵਤਾਰ। ਉਹੀ ਕਰਮ ਕੀਤਾ। ਮੋਨ ਭਿਓ ਕਰ ਪਾਤੀ ਰਿਓ, ਨਗਨ ਫਿਰਿਓ ਬਨ ਮਾਹੀ। ਕਈ ਮੋਨ ਧਾਰ ਕੇ ਬਹਿ ਗਏ, ਆਪਣੇ ਹੱਥਾਂ ਨੂੰ ਹੀ ਖਾਣ ਦੇ ਬਰਤਨ ਬਣਾ ਲਿਆ, ਬਰਤਨਾਂ ਦਾ ਵੀ ਤਿਆਗ ਕਰ ਦਿੱਤਾ, ਬਸਤਰਾਂ ਦਾ ਵੀ ਤਿਆਗ ਕਰ ਦਿੱਤਾ, ਬੋਲਣਾ ਵੀ ਤਿਆਗ ਦਿੱਤਾ। ਮੋਨ ਪਿਓ ਕਰ ਪਾਤੀ ਰਿਓ, ਨਗਨ ਫਿਰਿਓ ਬਨ ਮਾਹੀ। ਤੇ ਕਾਰੋਬਾਰ ਗ੍ਰਸਤੀ ਤਿਆਗ ਕੇ ਜੰਗਲਾਂ ਬੇਲੇ ਵਿੱਚ ਨਗਨ ਹੋ ਕੇ ਫਿਰਨਾ ਸ਼ੁਰੂ ਹੋ ਗਏ। ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁੱਟ ਕੇ ਨਾਹੀਂ। ਤੀਰਥਾਂ ਦੇ ਤਟਾਂ ਦੇ, ਤੀਰਥਾਂ ਦੇ ਕਿਨਾਰਿਆਂ 'ਤੇ ਜਾ ਕੇ ਵਸੇ, ਉੱਥੇ ਜਾ ਕੇ ਇਸ਼ਨਾਨ ਕੀਤੇ। ਫਿਰ ਸਿਰ ਕਰਵਤ ਧਰਾਏ। ਜਿਵੇਂ ਕਾਸ਼ੀ ਦੇ ਵਿੱਚ ਇੱਕ ਆਰਾ ਲੱਗਿਆ ਸੀ, ਜਿਹਦੇ ਵਾਸਤੇ ਬ੍ਰਾਹਮਣਾਂ ਨੇ ਮਸ਼ਹੂਰ ਕੀਤਾ ਸੀ ਵੀ ਜਿਹੜਾ ਬੰਦਾ ਆਪਣਾ ਸਭ ਕੁਝ ਇੱਥੇ ਪੰਡਤਾਂ ਨੂੰ ਦਾਨ ਕਰਕੇ ਦੇਵਤਿਆਂ ਦੇ ਨਾਂ 'ਤੇ ਇਸ ਆਰੇ ਨਾਲ ਚੀਰ ਕੇ ਮਰ ਜਾਏਗਾ, ਸਿੱਧਾ ਸਵਰਗ ਲੋਕ ਨੂੰ ਪ੍ਰਾਪਤ ਹੋਏਗਾ। ਤੋ ਕਈਆਂ ਨੇ ਉੱਥੇ ਜਾ ਕੇ ਆਰੇ ਥੱਲੇ ਸਿਰ ਦਿੱਤੇ। ਸਿਰ ਕਰਵਤ ਮੈਨੇ ਆਰਾ ਧਰਾਏ। ਇਹਦੇ ਨਾਲ ਵੀ ਦੁਬਦਾ ਛੁਟਕਾ ਨਾਹੀਂ। ਮਹਾਰਾਜ ਕਹਿੰਦੇ ਨੇ ਤਟ ਤੀਰ ਧਰਤੀ ਸਭ ਭ੍ਰਮਿਓ, ਦੁਬਦਾ ਛੁਟਕਾ ਨਾਹੀਂ। ਦੁਬਦਾ ਇਹਦੇ ਨਾਲ ਵੀ ਨਹੀਂ, ਇਸ ਤਰ੍ਹਾਂ ਵੀ ਦੁਬਦਾ ਮਨ ਚੋਂ ਨਹੀਂ ਮਿਟਦੀ। ਮਨ ਕਾਮਨਾ ਤੀਰ ਜਾ ਬਸਿਓ, ਸਿਰ ਕਰਵਤ ਧਰਾਏ। ਤੀਰਥਾਂ 'ਤੇ ਜਾ ਕੇ ਵਸੇ, ਸਿਰ 'ਤੇ ਆਰੇ ਵੀ ਧਰਾ ਲਏ। ਮਨ ਕੀ ਮੈਲ ਨਾ ਉਤਰੈ ਇਹ ਬਿਦ। ਇਸ ਤਰੀਕੇ ਨਾਲ ਵੀ ਮਨ ਦੀ ਜਿਹੜੀ ਵਿਕਾਰਾਂ ਦੀ ਮੈਲ ਹੈ, ਹਉਮੈ ਦੀ ਮੈਲ ਹੈ, ਈਰਖਾ ਦਵੈਖ ਦੁਸ਼ਮਣੀ ਦੀ ਮੈਲ ਹੈ, ਇਹ ਨਹੀਂ ਉਤਰੀ। ਜੇ ਲੱਖ ਯਤਨ ਕਰਾਏ, ਐਸੇ ਲੱਖਾਂ ਹੀ ਯਤਨ ਕਰੇ। ਜੇ ਐਸੇ ਦਿਸਦੇ ਧਾਰਮਿਕ ਕਰਮ ਲੱਖਾਂ ਹੀ ਬੰਦਾ ਕਰਦਾ ਫਿਰੇ, ਉਹ ਕਰਮ ਕਾਂਡੀ ਨੇ, ਉਹ ਧਰਮ ਨਹੀਂ ਹਨ। ਕਣਕ ਕਾਮਨੀ ਹੈਵਰ ਗਹਿਵਰ ਬੂਹ ਵਿਦ ਦਾਨ ਦਿੱਤਾ। ਕਣਕ ਕਹਿੰਦੇ ਨੇ ਸੋਨੇ ਨੂੰ, ਇਸਤਰੀ ਸੋਨੇ ਨਾਲ ਲੱਦੀ ਹੋਈ, ਹਾਥੀ ਘੋੜੇ ਹੈਵਰ ਸਜੇ ਹੋਏ ਘੋੜੇ, ਗਹਿਵਰ ਸਜੇ ਹੋਏ ਹਾਥੀ, ਬੂਹ ਵਿਦ ਦਾਨ ਦਿੱਤਾ। ਕਈਆਂ ਵਿਧੀਆਂ ਨਾਲ ਇਹ ਚੀਜ਼ਾਂ ਦਾਨ ਕੀਤੀਆਂ। ਅਣ ਬਸਤਰ ਭੂਮ ਬੋ ਅਰਪੇ, ਅਨਾਜ ਦੀ ਚੀਜ਼ਾਂ ਦਾਨ ਕੀਤੀਆਂ, ਕੱਪੜੇ ਦਾਨ ਕੀਤੇ, ਪ੍ਰਿਥਵੀ ਦਾਨ ਕੀਤੀ। ਭੂਮ ਬੋ ਅਰਪੇ ਨ ਮਿਲੀ ਹੈ ਹਰ ਦੁਆਰਾ। ਇਸ ਤਰੀਕੇ ਨਾਲ ਵੀ ਹਰੀ ਦਾ ਦੁਆਰ ਪ੍ਰਾਪਤ ਨਹੀਂ ਹੁੰਦਾ, ਪ੍ਰਭੂ ਦਾ ਦਰਸ਼ਨ ਨਹੀਂ ਹੁੰਦਾ। ਇਹ ਵੀ ਕਰਮਕਾਂਡੀ ਹਨ ਸਾਰੇ। ਐਸੇ ਦਾਨ ਪੁੰਨ ਵੀ ਕਿਸੇ ਕੰਮ ਨਹੀਂ। ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤਾ। ਕਈ ਕਿਸਮ ਦੀਆਂ ਪੂਜਾ ਅਰਚਾ ਸੰਜਮ ਕਰ ਕਰਕੇ ਤਰੀਕੇ ਨਾਲ ਢੰਗਾਂ ਦੇ ਨਾਲ ਪੂਜਾ ਕੀਤੀਆਂ। ਡੰਡੋਤ ਡੰਡੇ ਵਾਂਗ ਲੰਮੇ ਪੈ ਕੇ ਡੰਡੋਤ ਕਰਨੀ, ਮੱਥਾ ਟੇਕਣਾ। ਖਟ ਕਰਮਾ ਰਤ ਰਹਿਤਾ। ਸ਼ਾਸਤਰਾਂ ਅਨੁਸਾਰ 6 ਕਿਸਮ ਦੇ ਧਾਰਮਿਕ ਕਰਮ ਜਿਹੜੇ ਮਿੱਥੇ ਗਏ, ਉਹ ਕਰਕੇ ਉਹਨਾਂ ਵਿੱਚ ਹੀ ਰੰਗਿਆ ਰਿਹਾ ਮੈਂ। ਹੂੰ ਕਰਤ ਬੰਧਨ ਮੈਂ ਪਰਿਆ ਨਹੀਂ ਮਿਲਿਆ ਇਹ ਯੋਗਤਾ। ਇਹ ਕੁਝ ਕਰਦਾ ਹੈ ਵੀ ਮੇਰੀ ਹੂੰ ਨਹੀਂ ਮਿਟੀ, ਤੂੰ ਹੀ ਦੀ ਧੁਨ ਮੇਰੇ ਅੰਦਰ ਨਹੀਂ ਚੱਲੀ, ਹੂੰ ਹੀ ਕਰਦਾ ਰਿਹਾ।
ਬੰਧਨ ਮੈਂ ਭਰਿਆ, ਉਲਟਾ ਬੰਧਨਾਂ ਵਿੱਚ ਪੈ ਗਿਆ। ਨਹੀਂ ਮਿਲੀ ਹੈ ਇਹ ਯੁਗਤਾ, ਇਸ ਯੁਗਤੀ ਨਾਲ ਵੀ ਪਰਮਾਤਮਾ ਮਿਲਾਪ ਨਹੀਂ ਹੋ ਸਕਿਆ, ਮੇਰਾ ਜੀਵਨ ਮੂਰਤ ਪੂਰਾ ਨਹੀਂ ਹੋਇਆ। ਯੋਗ ਸਿੱਧ ਆਸਨ 84 ਇਹ ਵੀ ਕਰ ਰਿਹਾ, ਯੋਗ ਦੀਆਂ ਸਿੱਧੀਆਂ ਕੀਤੀਆਂ, ਯੋਗੀਆਂ ਵਾਲੇ 84 ਆਸਨ ਕੀਤੇ, ਇਹ ਵੀ ਕਰਕੇ ਰਹਿ ਗਿਆ। ਵੱਡੀ ਆਰਜਾ ਫਿਰ ਜਨਮ ਮੈਂ ਹਰ ਚੀਜ਼ ਸੰਗ ਨਾ ਗਿਆ, ਉਮਰਾਂ ਵਧਾਉਣ ਦੇ ਸਾਧਨ ਕੀਤੇ, ਪਰ ਇਹ ਜਨਮ ਮਰਨ ਦਾ ਗੇੜ ਮੇਰਾ ਨਹੀਂ ਮੁੱਕਿਆ, ਫਿਰ ਵੀ ਮੈਂ ਜਿਉਣਾ ਜੀ ਰਿਹਾ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ, ਹੁਕਮ ਮੁਫਾਰਾ, ਰਾਜੇ ਮਹਾਰਾਜਿਆਂ ਵਾਲੀਆਂ ਲੀਲਾ ਕੀਤੀਆਂ, ਮਨ ਮੋਜੀ ਦੀ ਜ਼ਿੰਦਗੀ ਗੁਜ਼ਾਰੀ, ਧਨ ਦੌਲਤ ਇਕੱਠੇ ਕਰਕੇ, ਰਾਜ ਪਾਠ ਇਕੱਠਾ ਕਰਕੇ ਦੁਨੀਆ ਦੇ ਸੁੱਖ ਮਾਣੇ, ਹੁਕਮ ਕਰਿਆ ਹੁਕਮ ਮੁਫਾਰਾ, ਮਨ ਮਰਜ਼ੀ ਦੇ ਹੁਕਮ ਚਲਾਏ ਆਪਣੇ। ਸੇਜ ਸੋਹਣੀ ਚੰਦਨ ਚੋਆ, ਬੜੀਆਂ ਸੋਹਣੀਆਂ ਸੇਜਾਂ ਸਜਾਈਆਂ, ਚੰਦਨ ਅਤਰ ਫਨੈਲਾਂ ਨਾਲ ਉਹ ਖੁਸ਼ਬੂਦਾਰ ਕੀਤੀਆਂ, ਤੇ ਬਹੁਤ ਸਾਰੀਆਂ ਇਸਤਰੀਆਂ ਦੇ ਨਾਲ ਭੋਗ ਵਿਲਾਸ ਕੀਤੇ। ਨਰਕ ਘੋਰ ਕਾ ਦੁਆਰਾ, ਇਹ ਵੀ ਇਸਨੇ ਵੀ ਨਰਕਾਂ ਦਾ, ਘੋਰ ਨਰਕਾਂ ਦਾ ਦਰ ਹੀ ਖੋਲਿਆ, ਪ੍ਰਭੂ ਦਾ ਦਰ ਨਹੀਂ ਖੋਲਿਆ ਮਨ ਚੋਂ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ, ਤੇ ਲਾਸਟ ਤੇ ਜਾ ਕੇ ਕਹਿੰਦੇ ਨੇ ਕਿ ਫਿਰ ਪ੍ਰਭੂ ਦੀ ਕਿਰਤ ਕਰਨੀ ਹੈ, ਕਮਾਈ ਕਰਨੀ ਹੈ, ਤੇ ਹਰ ਕੀਰਤ ਸਾਧ ਸੰਗਤ ਹੈ, ਸਾਧ ਸੰਗਤ ਕਰੋ, ਸਿਰ ਕਰਮਨ ਕੇ ਕਰਮਾ। ਇਹਨਾਂ ਸਾਰੇ ਅਡੰਬਰਾਂ ਨਾਲੋਂ, ਕਰਮਕਾਂਡੀ ਕਰਮਾਂ ਨਾਲੋਂ ਇਹ ਸਭ ਤੋਂ ਸ੍ਰੇਸ਼ਟ ਕਰਮ ਹੈ, ਸਿਰ ਕਰਮਨ ਕੇ ਕਰਮਾ, ਸ੍ਰੇਸ਼ਟ ਕਰਮ ਹੈ। ਪਿਓ ਕਿਰਪਾਲ ਦੂਰ ਦੁਖ ਭੰਜਨ ਕੋਹ ਨਾਨਕ ਤਿਸ ਪਿਓ ਪ੍ਰਭ ਜਿਸ ਪੁਰਬ ਲਿਖੇ ਕਾ ਲੈਣਾ। ਇਹ ਨਾਨਕ ਆਖ, ਇਹ ਸਾਧ ਸੰਗਤ ਵਾਲਾ ਕਰਮ, ਸਾਧ ਸੰਗਤ ਕਰਨ ਵਾਲਾ ਕਰਮ ਜਿਹਨਾਂ ਦੇ ਪੱਲੇ ਉਹਨਾਂ ਦੇ ਪਿਆ, ਜਿਨ੍ਹਾਂ ਉੱਤੇ ਪ੍ਰਮਾਤਮਾ ਦੀ ਕਿਰਪਾ ਆਈ। ਕੋਹ ਨਾਨਕ ਤਿਸ ਪਿਓ ਪ੍ਰਭ ਜਿਸ ਪੁਰਬ ਲਿਖੇ ਕਾ ਲੈਣਾ, ਜਿਨ੍ਹਾਂ ਦੇ ਆਪਣੇ ਪੁਰਬਲੇ ਕਰਮ ਜਾਗ ਪਏ, ਉਹ ਭਗਤੀ ਦੇ ਸੰਸਕਾਰ ਜਾਗ ਪਏ, ਉਹੀ ਇਹ ਸਾਧ ਸੰਗਤ ਕਰਦੇ ਨੇ। ਤੋ ਬਈ ਤੇਰੋ ਸੇਵਕ ਇਹ ਰੰਗ ਮਾਤਾ, ਮੈਂ ਤੇਰਾ ਸੇਵਕ ਤੇ ਇਸ ਰੰਗ 'ਚ ਮਸਤ ਹਾਂ, ਇਹ ਕਰਮ ਕਾਂਡ ਮੈਂ ਨਹੀਂ ਕਰਦਾ। ਪਿਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ, ਮੇਰੇ ਤੇ ਪ੍ਰਭੂ ਕਿਰਪਾਲ ਹੋ ਗਿਆ, ਤੇ ਮੈਂ ਸਾਧ ਸੰਗਤ ਵਿੱਚ ਉਸ ਕੀਰਤਨ ਦੇ ਰੱਬ ਦੀ ਨਾਮ ਬਾਣੀ ਸਿਮਰਨ ਦੇ ਹਰ ਹਰ ਕੀਰਤਨ ਇਹ ਮਨ ਰਾਤਾ। ਮੇਰਾ ਮਨ ਪਰਮਾਤਮਾ ਦੀ ਕਿਰਤ ਕਮਾਈ ਦੇ ਵਿੱਚ, ਸੱਚੇ ਗਿਆਨ ਦੀ ਨਾਲ ਕਮਾਈ ਦੇ ਵਿੱਚ ਰੰਗਿਆ ਗਿਆ। ਇਹ ਦੂਜਾ ਰਾਹੁ ਦੀ ਪੰਕਤੀ ਹੈ ਵੀ ਤੇਰੋ ਸੇਵਕ ਇਹ ਰੰਗ ਮਾਤਾ, ਪਿਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ। ਤੋ ਇੱਥੇ ਆ ਕੇ ਗੁਰੂ ਜੀ ਨੇ ਇਸ ਸ਼ਬਦ ਦੀ ਸਮਾਪਤੀ ਕੀਤੀ। ਪਹਿਲੇ ਬਹੁਤ ਸਾਰੇ ਕਰਮਾਂ ਦਾ ਜ਼ਿਕਰ ਕੀਤਾ ਵੀ ਕਿਹੜੇ ਕਰਮ ਜਿਹੜੇ ਨਿਸਫਲ ਨੇ, ਕੇਵਲ ਕਰਮ ਕਾਂਡ ਨੇ, ਅਸੀਂ ਕਰਦੇ ਰਹਿੰਦੇ ਹਾਂ। ਦੇਖਣ 'ਚ ਉਹ ਧਰਮ ਦੇ ਦਿਸਦੇ ਨੇ ਵੀ ਬੰਦਾ ਧਰਮੀ ਧਰਮ ਦੇ ਕਰਮ ਕਰ ਰਿਹਾ, ਲੇਕਿਨ ਉਹ ਧਰਮ ਨਹੀਂ ਬਣਦੇ, ਉਹ ਕੇਵਲ ਕਰਮ ਕਾਂਡ ਹੀ ਬਣਦੇ ਨੇ, ਉਹ ਪਖੰਡੀ ਬਣ ਕੇ ਰਹਿ ਜਾਂਦੇ ਨੇ। ਤੋ ਇਸ ਵਿਸ਼ੇ ਨੂੰ ਅਸੀਂ ਜਾਰੀ ਰੱਖਾਂਗੇ। ਗੁਰਬਾਣੀ ਵਿੱਚੋਂ ਹੋਰ ਬਹੁਤ ਸਾਰੇ ਐਸੇ ਕਰਮ ਜਿਨ੍ਹਾਂ ਨੂੰ ਨਿਸਫਲ ਦੱਸਿਆ ਗਿਆ ਹੈ, ਉਹਨਾਂ ਦਾ ਜ਼ਿਕਰ ਬਾਕੀ ਦਿਨਾਂ ਵਿੱਚ ਅਸੀਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।